टूरिज्म की क्लास ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰਾ ਨਾਮ ਹੈ ਸੁਰੇਸ਼ ਕੁਮਾਰ। ਆਪਾਂ ਅੱਜ ਕਰਨ ਜਾ ਰਹੇ ਹਾਂ ਕਲਾਸ 12th ਦੇ ਚੈਪਟਰ ਨੰਬਰ 7 ਜਿਸ ਦਾ ਨਾਮ ਹੈ ਸਰਕਾਰੀ ਅਤੇ ਪੇਸ਼ੇਵਰ ਸੰਸਥਾਵਾਂ ਗਵਰਨਮੈਂਟ ਐਂਡ ਪ੍ਰੋਫੈਸ਼ਨਲ ਬਾਡੀਜ਼ ਦੇ ਬਾਰੇ ਗੱਲ ਕਰਾਂਗੇ ਅੱਜ ਆਪਾਂ। ਇਸ ਇਕਾਈ ਦਾ ਜਿਹੜਾ ਉਦੇਸ਼ ਹੈ ਉਹਨਾਂ ਵੱਖ-ਵੱਖ ਸਰਕਾਰੀ ਤੇ ਪੇਸ਼ੇਵਰ ਸੰਸਥਾਵਾਂ ਬਾਰੇ ਜਿਹੜਾ ਹੈ ਵਿਸਤ੍ਰਿਤ ਜਾਣਕਾਰੀ ਦੇਣਾ ਹੈ ਜੋ ਇਸ ਖੇਤਰ ਜਾਂ ਸੈਕਟਰ ਨਾਲ ਜਿਹੜਾ ਹੈ ਨਿਯਮਿਤ ਕਰਦੀਆਂ ਹਨ। ਆਪਾਂ ਇਸ ਇਕਾਈ ਦੇ ਵਿੱਚ ਸਿੱਖਾਂਗੇ ਕਿ ਕਿਸ ਤਰ੍ਹਾਂ ਜਿਹੜਾ ਹੈ ਟੀਏ ਅਤੇ ਟੀਓ ਪ੍ਰਵਾਨਗੀ ਪ੍ਰਕਿਰਿਆ ਨੂੰ ਵਿਸਤ੍ਰਿਤ ਕਰਨ ਦੇ ਜਿਹੜੇ ਨਿਯਮ ਨੇ ਉਹ ਬਣਾਏ ਜਾਂਦੇ ਨੇ। ਵਪਾਰ ਦੇ ਲਈ ਟਰੈਵਲ ਐਂਡ ਟੂਰਿਜ਼ਮ ਦੇ ਵਪਾਰ ਦੇ ਲਈ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤੇ ਪਾਲਿਸੀਆਂ ਕੀ ਨੇ, ਪੇਸ਼ੇਵਰ ਸੰਸਥਾਵਾਂ ਅਤੇ ਉਹਨਾਂ ਦੇ ਜਿਹੜੀਆਂ ਗਤੀਵਿਧੀਆਂ ਕੀ ਨੇ, ਇਹਨਾਂ ਸਾਰਿਆਂ ਬਾਰੇ ਜਾਣਕਾਰੀ ਜਿਹੜੀ ਆਪਾਂ ਇਸ ਚੈਪਟਰ ਦੇ ਵਿੱਚ ਹਾਸਿਲ ਕਰਾਂਗੇ। ਸੈਰ ਸਪਾਟਾ ਉਦਯੋਗ ਦੇ ਲਈ ਕਈ ਪ੍ਰਕਾਰ ਦੇ ਹਿੱਸੇ ਜਿਹੜੇ ਆਪਸ ਦੇ ਵਿੱਚ ਸੰਬੰਧ ਰੱਖਣ ਵਾਲੇ ਭਾਗਾਂ ਉੱਪਰ ਆਧਾਰਿਤ ਹੁੰਦੇ ਹਨ ਜਿਨ੍ਹਾਂ ਨੂੰ ਬੋਲਦੇ ਆਪਾਂ ਸੈਰ ਸਪਾਟੇ ਦੇ ਹਿੱਸੇ ਕੰਪੋਨੈਂਟ ਆਫ ਟੂਰਿਜ਼ਮ। ਸੈਰ ਸਪਾਟੇ ਦੇ ਹਿੱਸੇ ਸੈਰ ਸਪਾਟਾ ਉਦਯੋਗ ਲਈ ਕਈ ਪ੍ਰਕਾਰ ਦੇ ਜਿਹੜੇ ਵੱਖ-ਵੱਖ ਹਿੱਸਿਆਂ ਅਤੇ ਆਪਸ ਦੇ ਵਿੱਚ ਸੰਬੰਧ ਰੱਖਣ ਵਾਲੇ ਭਾਗਾਂ ਉੱਪਰ ਆਧਾਰਿਤ ਹੈ। ਉਦਾਹਰਨ ਦੇ ਲਈ ਜਿਵੇਂ ਆਵਾਜਾਈ ਹੋ ਗਈ, ਰਹਿਣ ਜਾਂ ਠਹਿਰਨ ਦੀ ਸੁਵਿਧਾ ਹੋ ਗਈ, ਆਕਰਸ਼ਣ, ਮਾਰਕੀਟਿੰਗ ਅਤੇ ਸਰਕਾਰੀ ਨਿਯਮ ਹੋ ਗਏ। ਕਈ ਵਪਾਰ ਇੱਕ ਤੋਂ ਵੱਧ ਖੇਤਰਾਂ ਜਾਂ ਸੈਕਟਰਾਂ ਦੇ ਵਿੱਚ ਫੈਲੇ ਹੁੰਦੇ ਹਨ ਅਤੇ ਸੈਰ ਸਪਾਟਾ ਉਦਯੋਗ ਦੇ ਇੱਕ ਤੋਂ ਵੱਧ ਭਾਗਾਂ ਜਾਂ ਹਿੱਸਿਆਂ ਉੱਪਰ ਪ੍ਰਭਾਵ ਰੱਖਦੇ ਹਨ। ਸੈਰ ਸਪਾਟਾ ਉਦਯੋਗ ਦੇ ਵਿੱਚ ਸ਼ਾਮਿਲ ਹੋਣ ਵਾਲੇ ਕੁਝ ਪੁਆਇੰਟ ਜਿਵੇਂ ਕਿ ਜਿਹੜੇ ਹਿੱਸੇ ਨੇ ਸੈਰ ਸਪਾਟਾ ਦੇ ਵਿੱਚ ਸ਼ਾਮਿਲ ਹੋਣ ਵਾਲੇ ਜਿਹੜੇ ਹਿੱਸੇ ਨੇ ਕੰਪੋਨੈਂਟਸ ਨੇ, ਜਿਵੇਂ ਕਿ ਅਜਿਹੇ ਸੈਕਟਰ ਜਾਂ ਖੇਤਰ ਜੋ ਕਿ ਸੈਲਾਨੀ ਨੂੰ ਮੰਜ਼ਿਲ ਵਾਲੇ ਸਥਾਨ ਅਤੇ ਉੱਥੋਂ ਵਾਪਸ ਪਰਤਣ ਦੇ ਕਾਬਿਲ ਬਣਾਉਂਦੇ ਨੇ। ਯਾਨੀ ਕਿ ਜਿਹੜਾ ਟੂਰਿਸਟ ਹੈ ਉਹ ਆਪਣੇ ਸਥਾਨ ਤੋਂ ਕਿਤੇ ਟੂਰ ਤੇ ਜਾਂਦਾ ਹੈ ਅਤੇ ਉਸ ਤੋਂ ਵਾਪਸ ਆਪਣੇ ਘਰ ਵਾਪਸ ਮੁੜ ਕੇ ਆਉਂਦਾ ਹੈ। ਉੱਥੇ ਤੱਕ ਲਈ ਜਿਹੜੇ ਸੈਕਟਰ ਜਾਂ ਖੇਤਰ ਜਿਹੜੇ ਜ਼ਿੰਮੇਵਾਰ ਨੇ, ਜਿਵੇਂ ਕਿ ਉਦਾਹਰਨ ਦੇ ਲਈ ਯਾਤਰਾ ਏਜੰਟ ਹੋ ਗਏ, 에ਅਰਲਾਈਨਾਂ ਹੋ ਗਈਆਂ, ਬੱਸ ਕੰਪਨੀਆਂ, ਟੂਰ ਸੰਚਾਲਕ ਅਤੇ ਕਿਰਾਇਆ ਕਾਰ ਕੰਪਨੀਆਂ ਹੋ ਗਈਆਂ। ਸੈਕੰਡ ਹੈ ਅਜਿਹੇ ਖੇਤਰ ਜਾਂ ਸੈਕਟਰ ਜੋ ਕਿ ਮੰਜ਼ਿਲ ਵਾਲੇ ਸਥਾਨ ਉੱਪਰ ਉਤਪਾਦ ਦਾ ਹਿੱਸਾ ਹੁੰਦੇ ਹਨ। ਜਿੱਥੇ ਟੂਰਿਸਟ ਜਾਂਦਾ ਹੈ ਉਸ ਸਥਾਨ ਦੇ ਉੱਪਰ ਉਤਪਾਦ ਦਾ ਜਿਹੜਾ ਹਿੱਸਾ ਹੁੰਦੇ ਹਨ। ਉਦਾਹਰਨ ਦੇ ਲਈ ਰਹਿਣ ਜਾਂ ਠਹਿਰਨ ਦੀ ਸੁਵਿਧਾ, ਆਕਰਸ਼ਣ ਅਤੇ ਸੁਵਿਧਾਵਾਂ। ਨੈਕਸਟ ਹੈ ਸੈਰ ਸਪਾਟੇ ਦਾ ਮਨੁੱਖੀ ਭਾਗ। ਕੁਝ ਮਨੁੱਖੀ ਹਿੱਸਾ ਵੀ ਹੈ ਜਿਹੜਾ ਸੈਰ ਸਪਾਟੇ ਦੇ ਵਿੱਚ ਯੋਗਦਾਨ ਦਿੰਦਾ ਹੈ, ਜਿਵੇਂ ਕਿ ਮਜ਼ਦੂਰ ਸ਼ਕਤੀ। ਨੈਕਸਟ ਲੋਕ ਖੇਤਰ ਜਾਂ ਸਰਕਾਰੀ ਏਜੰਸੀਆਂ, ਖੇਤਰੀ ਸੈਰ ਸਪਾਟਾ ਸੰਗਠਨ ਅਤੇ ਪੇਸ਼ੇਵਰ ਸੰਸਥਾਵਾਂ ਜਿਵੇਂ ਕਿ ਉਦਯੋਗਿਕ ਸੰਗਠਨ। ਜਿਹੜਾ ਚੌਥਾ ਪੁਆਇੰਟ ਆਪਣਾ ਲੋਕ ਖੇਤਰ ਜਾਂ ਸਰਕਾਰੀ ਏਜੰਸੀਆਂ, ਆਪਾਂ ਅੱਜ ਮੁੱਖ ਤੌਰ ਤੇ ਇਸ ਪੁਆਇੰਟ ਦੇ ਉੱਪਰ ਜਿਹੜਾ ਹੈ ਉਹ ਚਰਚਾ ਕਰਾਂਗੇ। ਇਹ ਚੌਥਾ ਖੰਡ ਜਿਹੜਾ ਹੈ ਜਿਸ ਦੀ ਚਰਚਾ ਅਸੀਂ ਇਸ ਚੈਪਟਰ ਦੇ ਵਿੱਚ ਕਰਾਂਗੇ। ਸੰਭਾਵਨਾ ਹੈ ਕਿ ਬਹੁਤ ਸਾਰੇ ਦੇਸ਼ ਜਿਨ੍ਹਾਂ ਵਿੱਚ ਮਹੱਤਵਪੂਰਨ ਜਾਂ ਸਥਾਪਿਤ ਯਾਤਰਾ ਅਤੇ ਸੈਰ ਸਪਾਟਾ ਉਦਯੋਗ ਹੈ, ਜਾਂ ਉਹ ਦੇਸ਼ ਜੋ ਕਿ ਸੈਰ ਸਪਾਟੇ ਨੂੰ ਹੋਰ ਅੱਗੇ ਵਧਾ ਕੇ ਜਾਂ ਉਤਸ਼ਾਹਿਤ ਕਰਕੇ ਆਪਣੀ ਰਾਸ਼ਟਰੀ ਆਮਦਨ ਨੂੰ ਵਧਾਉਣਾ ਚਾਹੁੰਦੇ ਨੇ, ਇੱਕ ਵੱਖਰਾ ਸਰਕਾਰੀ ਵਿਭਾਗ ਜਾਂ ਲੋਕ ਸੰਸਥਾ ਬਣਾ ਲੈਣਗੇ ਜੋ ਕਿ ਇਸ ਉਦੇਸ਼ ਲਈ ਸਰਕਾਰ ਦੇ ਪ੍ਰਤੀ ਜਿਹੜਾ ਹੈ ਉਹ ਜ਼ਿੰਮੇਵਾਰ ਹੋਵੇਗਾ। ਠੀਕ ਹੈ ਜੀ। ਰਾਸ਼ਟਰੀ ਸੈਰ ਸਪਾਟਾ ਸੰਸਥਾਵਾਂ ਖੇਤਰੀ ਸੈਲਾਨੀ ਬੋਰਡਾਂ ਨਾਲ ਨਿੱਟ ਰੂਪ ਦੇ ਵਿੱਚ ਮਿਲ ਕੇ ਕੰਮ ਕਰਦੀਆਂ ਹਨ ਜੋ ਕਿ ਬਦਲੇ ਦੇ ਵਿੱਚ ਸਥਾਨਕ ਅਧਿਕਾਰੀਆਂ ਨਾਲ ਜਾਂ ਕਾਉਂਸਲਾਂ ਅਤੇ ਸੈਰ ਸਪਾਟੇ ਨਾਲ ਸੰਬੰਧਿਤ ਪ੍ਰਿੰਸੀਪਲਾਂ ਨਾਲ ਨਿੱਟ ਰੂਪ ਦੇ ਵਿੱਚ ਜਿਹੜਾ ਹੈ ਮਿਲ ਕੇ ਕੰਮ ਕਰਦੇ ਹਨ ਤਾਂ ਜੋ ਉਸ ਖੇਤਰ ਦੇ ਵਿੱਚ ਸੈਲਾਨੀ ਸੁਵਿਧਾਵਾਂ ਅਤੇ ਆਕਰਸ਼ਣਾਂ ਦੀ ਜਿਹੜੀ ਸਹੂਲਤ ਹੈ ਅਤੇ ਵਾਧੇ ਦੇ ਵਿੱਚ ਬਿਹਤਰੀ ਲਿਆਂਦੀ ਜਾ ਸਕੇ। ਅਸਲ ਦੇ ਵਿੱਚ ਸੰਸਾਰ ਦੇ ਹਰੇਕ ਦੇਸ਼ ਦੇ ਵਿੱਚ ਸੈਰ ਸਪਾਟੇ ਲਈ ਜ਼ਿੰਮੇਵਾਰੀ ਇੱਕ ਰਾਸ਼ਟਰੀ ਸੰਸਥਾ ਹੁੰਦੀ ਹੈ। ਇਹ ਕਿਸੇ ਮੰਤਰਾਲੇ ਦਾ ਹਿੱਸਾ, ਕਿਸੇ ਸਰਕਾਰੀ ਵਿਭਾਗ ਦਾ ਸਥਾਪਿਤ ਹਿੱਸਾ ਜਾਂ ਇੱਕ ਵੱਖਰੇ ਕਾਨੂੰਨੀ ਰੁਤਬੇ ਵਾਲਾ ਸੰਗਠਨ ਹੋ ਸਕਦਾ ਹੈ। ਆਮ ਤੌਰ ਤੇ ਕਿਸੇ ਐਨਟੀਓ ਦੀ ਭੂਮਿਕਾ ਇਹ ਹੋਵੇਗੀ ਕਿ ਉਹ ਇੱਕ ਸੈਲਾਨੀ ਮੰਜ਼ਿਲ ਦੇ ਰੂਪ ਵਿੱਚ ਕਿਸੇ ਰਾਸ਼ਟਰ ਦੇ ਸਹੀ ਵਿਕਾਸ ਅਤੇ ਵਾਧੇ ਨੂੰ ਯਕੀਨੀ ਬਣਾਵੇ। ਪੇਸ਼ੇਵਰ ਸੰਸਥਾਵਾਂ ਸੈਰ ਸਪਾਟੇ ਵਿੱਚ ਜਿਹੜਾ ਹੈ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹੋਏ ਉਦਯੋਗ ਦੀਆਂ ਵੱਡੀਆਂ ਨੀਤੀਆਂ ਅਤੇ ਸੱਭਿਆਚਾਰ ਕਾਰਜਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਕਿਉਂਕਿ ਉਹ ਉਦਯੋਗ ਨੂੰ ਜਿਹੜਾ ਹੈ ਉਹ ਪ੍ਰੈਜ਼ੈਂਟ ਕਰਦੇ ਨੇ। ਇਹ ਸੰਗਠਨ ਮੈਂਬਰਾਂ ਦੀਆਂ ਕਈ ਸਮੱਸਿਆਵਾਂ ਨੂੰ ਸੁਲਝਾਉਣ ਲਈ ਇੱਕ ਸਾਂਝੇ ਮੰਚ ਜਿਹੜਾ ਪ੍ਰਦਾਨ ਕਰਦੀਆਂ ਨੇ, ਜਿਵੇਂ ਕਿ ਸਿਖਲਾਈ ਹੋ ਗਈ, ਸਾਂਝਾ ਜ਼ਾਬਤਾ ਹੋ ਗਿਆ,
एयरलाइनां दा कमीशन ਜਾਂ ਹੋਰ ਵੀ ਕਈ ਮਸਲੇ ਜਿਹੜੇ ਨੇ। ਕਈ ਯਾਤਰਾ ਵਪਾਰ ਸੰਗਠਨ ਅਜਿਹੇ ਹਨ ਜੋ ਕਿ ਸੰਸਾਰ ਭਰ ਵਿੱਚ ਯਾਤਰਾ ਸੰਬੰਧੀ ਵਪਾਰ ਨੂੰ ਵਧਾਉਣ ਵਿੱਚ ਕਾਫੀ ਗਤੀਸ਼ੀਲ ਹਨ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਕਰੀਨ ਤੇ IATA ਇੰਟਰਨੈਸ਼ਨਲ 에ਅਰ ਟਰਾਂਸਪੋਰਟੇਸ਼ਨ ਐਸੋਸੀਏਸ਼ਨ, ਮਿਨਿਸਟਰੀ ਆਫ ਟੂਰਿਜ਼ਮ ਹੋ ਗਿਆ, ਇੰਡੀਅਨ ਐਸੋਸੀਏਸ਼ਨ ਆਫ ਟੂਰ ਆਪਰੇਸ਼ਨ ਹੋ ਗਿਆ, ਜਾਂ ਫਿਰ ट्रैवल एजेंट एसोसीएशन ऑफ इंडिया टाई। तो ये सारे जिहड़े यात्रा एजेंट ने ये यात्रा संबंधी व्यापार नूं वधाउण दे विच जिहड़ा काफ़ी गतिशील है। हरेक यात्रा कंपनी जरूर तौर पर इन्हां संगठनां वल्लों प्रवानित होनी चाहिए है तां जो एयरलाइनां, होटल, रेलवे आदि द्वारा दिते जाण वाले वित्तीय ते गैर वित्तीय प्रोत्साहनां अते कमिशनां दा जिहड़ा लाभ लिया जा सके। हालांकि ਜਿਹੜੇ ਪੇਸ਼ੇਵਰ ਸੰਸਥਾਵਾਂ ਅਤੇ ਦੇ ਯੋਗਦਾਨ ਨੂੰ ਦੋ ਕਾਰਕ ਸਮਿਤੀਆਂ ਕਰਦੇ ਹਨ। ਪਹਿਲਾ ਇਹ ਹੈ ਕਿ ਜ਼ਿਆਦਾਤਰ ਪੇਸ਼ੇਵਰ ਸੰਸਥਾਵਾਂ ਕੋਲ ਸੈਰ ਸਪਾਟੇ ਨਾਲ ਸੰਬੰਧਿਤ ਉਪਰਾਲਿਆਂ ਵਿੱਚ ਪੂੰਜੀ ਲਾਉਣ ਹਿੱਤ ਸੀਮਿਤ ਵਿੱਤੀ ਸਰੋਤ ਹੁੰਦੇ ਨੇ। ਦੂਜਾ ਇਹ ਕਿ ਇਹਨਾਂ ਸੰਸਥਾਵਾਂ ਕੋਲ ਅਜਿਹੀ ਸ਼ਕਤੀ ਬਹੁਤ ਘੱਟ ਜਾਂ ਕਦੇ-ਕਦਾਈ ਹੀ ਹੁੰਦੀ ਹੈ ਜਿਸ ਨਾਲ ਕਿ ਉਹ ਇਸ ਗੱਲ ਉੱਪਰ ਜ਼ੋਰ ਪਾਉਣ ਕਿ ਮੈਂਬਰ ਖਾਸ ਉਪਰਾਲਿਆਂ ਨੂੰ ਜਿਹੜਾ ਆਰੰਭ ਕਰ ਸਕਣ। ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਜਿਹੜੇ ਸਰਕਾਰੀ ਅਤੇ ਪੇਸ਼ੇਵਰ ਸੰਸਥਾਵਾਂ ਵਿਚਕਾਰ ਜਿਹੜੀ ਹੈ ਉਹ ਇਕਜੁੱਟਤਾ ਹੋਣੀ ਚਾਹੀਦੀ ਹੈ। ਇੰਟੀਗ੍ਰੇਸ਼ਨ ਬਿਟਵੀਨ ਗਵਰਨਮੈਂਟ ਐਂਡ ਪ੍ਰੋਫੈਸ਼ਨਲ ਬਾਡੀਜ਼, ਜਿਹੜੇ ਕਿ ਸਰਕਾਰੀ ਸੰਸਥਾਵਾਂ ਨੇ ਟਰੈਵਲ ਐਂਡ ਟੂਰਿਜ਼ਮ ਦੀਆਂ ਜਾਂ ਫਿਰ ਜਿਹੜੀਆਂ ਕੁਝ ਪੇਸ਼ੇਵਰ ਸੰਸਥਾਵਾਂ ਨੇ, ਉਹਨਾਂ ਦੇ ਵਿਚਾਰ ਆਪਸ ਦੇ ਵਿੱਚ ਜਿਹੜਾ ਹੈ ਉਹ ਇਕਜੁੱਟਤਾ ਹੋਣੀ ਚਾਹੀਦੀ ਹੈ। ਹਾਲ ਹੀ ਦੇ ਸਾਲਾਂ ਦੇ ਦੌਰਾਨ ਜਿਹੜਾ ਹੈ ਸੈਰ ਸਪਾਟਾ ਸੰਸਾਰ ਦੀ ਅਰਥ ਵਿਵਸਥਾ ਦੇ ਸਭ ਤੋਂ ਤੇਜ਼ੀ ਨਾਲ ਜਿਹੜਾ ਵੱਧ ਰਹੇ ਖੇਤਰਾਂ ਜਾਂ ਸੈਕਟਰਾਂ ਵਿੱਚੋਂ ਇੱਕ ਜਿਹੜਾ ਉਹ ਬਣ ਗਿਆ ਹੈ ਅਤੇ ਵੱਡੇ ਤੌਰ ਤੇ ਖੇਤਰੀ ਅਤੇ ਰਾਸ਼ਟਰੀ ਆਰਥਿਕ ਵਿਕਾਸ ਦੇ ਵਿੱਚ ਆਪਣੇ ਯੋਗਦਾਨ ਲਈ ਜਿਹੜਾ ਪਛਾਣਿਆ ਜਾਂਦਾ ਹੈ। ਇੱਕ ਵਖਰੇਵੇਂ ਭਰੇ ਅਤੇ ਛੋਟੇ ਹਿੱਸਿਆਂ ਦੇ ਵਿੱਚ ਵੰਡੇ ਸੈਰ ਸਪਾਟਾ ਉਦਯੋਗ ਵਿੱਚ ਇਕਜੁੱਟਤਾ ਦੀ ਲੋੜ ਜਿਹੜੀ ਹੈ ਉੱਭਰ ਕੇ ਸਾਹਮਣੇ ਆਈ ਹੈ। ਜਾਂ ਤੁਸੀਂ ਕਹਿ ਸਕਦੇ ਹੋ ਕਿ ਕਿਸੇ ਪ੍ਰਕਾਰ ਦਾ ਸਹਿਯੋਗ ਜਾਂ ਭਾਈਵਾਲੀ ਜਿਸ ਨਾਲ ਕਿ ਉਦਯੋਗ ਵਿੱਚ ਨੀਤੀਆਂ ਲਈ ਖੁੱਲੇ ਆਧਾਰ ਵਾਲਾ ਸਹਿਯੋਗ ਪ੍ਰਾਪਤ ਕੀਤਾ ਜਾ ਸਕੇ। ਸੈਰ ਸਪਾਟਾ ਵਿਕਾਸ ਦੇ ਵਿੱਚ ਇਕਜੁੱਟਤਾ ਇੱਕ ਹਾਲ ਦੀ ਹੀ ਘਟਨਾ ਹੈ। ਇਸ ਸੈਰ ਸਪਾਟੇ ਦੇ ਵਿਕਾਸ ਲਈ ਇੱਕ ਜ਼ਰੂਰੀ ਨਜ਼ਰੀਆ ਹੈ। ਖਾਸ ਤੌਰ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਇਸ ਨਜ਼ਰੀਏ ਦਾ ਪ੍ਰਯੋਗ ਜਿਹੜਾ ਹੈ ਵਿਕਾਸਸ਼ੀਲ ਦੇਸ਼ਾਂ ਵਿੱਚ ਤੇਜ਼ੀ ਨਾਲ ਵਧ ਰਿਹਾ ਅਤੇ ਸੈਰ ਸਪਾਟਾ ਵਿਕਾਸ ਦੀ ਪਛਾਣੀ ਲਈ ਵੱਖ-ਵੱਖ ਭਾਗਾਂ ਵਾਲੀ ਪ੍ਰਕਿਰਤੀ ਜਿਹੜੀ ਹੈ ਉਸ ਉੱਤੇ ਜਿੱਤ ਪ੍ਰਾਪਤ ਕਰਨ ਦੇ ਸਾਧਨ ਵਜੋਂ ਉੱਭਰਿਆ। ਸਰਕਾਰਾਂ ਤੇ ਪੇਸ਼ੇਵਰ ਸੰਸਥਾਵਾਂ ਨੂੰ ਇਹ ਸਪਸ਼ਟ ਹੋ ਗਿਆ ਹੈ ਕਿ ਕੋਈ ਵੀ ਇੱਕ ਇਕੱਲਾ ਸੰਗਠਨ ਜਿਹੜਾ ਹੈ ਸੈਰ ਸਪਾਟੇ ਦੇ ਵਿਕਾਸ ਲਈ ਪ੍ਰਭਾਵਸ਼ਾਲੀ ਰੂਪ ਵਿੱਚ ਜ਼ਿੰਮੇਵਾਰ ਨਹੀਂ ਹੋ ਸਕਦਾ। ਸਰਕਾਰ ਅਤੇ ਪੇਸ਼ੇਵਰ ਸੰਸਥਾਵਾਂ ਵਿਚਕਾਰ ਤਾਲਮੇਲ ਅਤੇ ਸਹਿਯੋਗ ਦੀ ਲੋੜ ਪਛਾਣ ਵਿੱਚ ਆਈ ਹੈ। ਇਹ ਗੱਲ ਤੇਜ਼ੀ ਨਾਲ ਸਵੀਕਾਰੀ ਜਾ ਰਹੀ ਹੈ ਕਿ ਇਕਜੁੱਟਤਾ ਦੀ ਸਥਾਪਨਾ ਜਿਹੜੀ ਹੈ ਰਾਸ਼ਟਰੀ ਸੈਰ ਸਪਾਟਾ ਸੰਗਠਨਾਂ ਯਾਨੀ ਕਿ NTO ਦੇ ਪ੍ਰਭਾਵ ਦੀ ਬਿਹਤਰੀ ਨਾਲ ਬਹੁਤ ਨੇੜਿਓਂ ਜੁੜੀ ਹੋਈ ਹੈ, ਜੋ ਕਿ ਸੈਰ ਸਪਾਟੇ ਦੀਆਂ ਪਾਲਿਸੀਆਂ ਨੂੰ ਵਧੇਰੇ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੇ ਵਿੱਚ ਇੱਕ ਮਹੱਤਵਪੂਰਨ ਸਾਧਨ ਬਣ ਰਿਹਾ ਹੈ। ਵਿਕਾਸ ਦੇ ਏਜੰਟ ਦੇ ਰੂਪ ਵਿੱਚ ਸਰਕਾਰ ਲੋਕ ਸੰਸਾਧਨਾਂ ਅਤੇ ਸੇਵਾਵਾਂ ਦਾ ਵੱਧ ਤੋਂ ਵੱਧ ਉਪਯੋਗ ਪ੍ਰਾਪਤ ਕਰਨ ਲਈ ਵਾਤਾਵਰਣ ਨੂੰ ਸੁਰੱਖਿਅਤ ਕਰਨ ਹਿੱਤ ਅਤੇ ਮਨੁੱਖੀ ਸੰਸਾਧਨਾਂ ਦਾ ਵਿਕਾਸ ਕਰਨ ਹਿੱਤ ਕੰਮ ਕਰ ਰਹੀ ਹੈ। ਇੱਕ ਚੰਗੀ ਇਕਜੁੱਟਤਾ ਦੇ ਵਿੱਚ ਦੋਵੇਂ ਪ੍ਰਕਾਰ ਦੀਆਂ ਸੰਸਥਾਵਾਂ ਜਿਹੜੇ ਨੇ ਸਰਕਾਰੀ ਹੋਣ ਚਾਹੇ ਪੇਸ਼ੇਵਰ ਹੋਣ, ਉਹਨਾਂ ਵਿੱਚ ਭੂਮਿਕਾਵਾਂ, ਪ੍ਰਤੀਯੋਗੀ ਸਮਰੱਥਾਵਾਂ, ਜ਼ਿੰਮੇਵਾਰੀਆਂ ਅਤੇ ਫਾਇਦਿਆਂ ਦੀ ਸਪਸ਼ਟ ਪਰਿਭਾਸ਼ਾ ਜਿਹੜੀ ਸ਼ਾਮਲ ਹੁੰਦੀ ਹੈ। ਇਕਜੁੱਟਤਾ ਅਜਿਹੇ ਸਮਝੌਤਿਆਂ ਉੱਤੇ ਜ਼ਰੂਰ ਆਧਾਰਿਤ ਹੋਣੀ ਚਾਹੀਦੀ ਹੈ ਜੋ ਕਿ ਸਰਕਾਰੀ ਤੇ ਪੇਸ਼ੇਵਰ ਦੋਵੇਂ ਪ੍ਰਕਾਰ ਦੀਆਂ ਸੰਸਥਾਵਾਂ ਲਈ ਜਿਹੜੀ ਹੈ ਉਹ ਵਿੱਤੀ ਲਾਭ ਦਰਸਾਉਂਦੇ ਹਨ। ਸਰਕਾਰ ਨੇ ਇਸ ਸਹਿਯੋਗ ਦੀ ਆਯੋਜਨ ਦੇ ਨਵੇਂ ਤਰੀਕਿਆਂ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੁੰਦੀ ਹੈ, ਖਾਸ ਤੌਰ ਤੇ ਸੈਰ ਸਪਾਟੇ ਲਈ ਇੱਕ ਸਪਸ਼ਟ ਰਾਸ਼ਟਰੀ ਨੀਤੀ ਦੀ ਪਰਿਭਾਸ਼ਾ ਦੇ ਜੋ ਕਿ ਨਵੀਨ ਖੋਜ ਭਰੀਆਂ ਭਾਈਵਾਲੀਆਂ ਨੂੰ ਤੇਜ਼ ਕਰੇ ਅਤੇ ਉਹਨਾਂ ਦਾ ਮਾਰਗਦਰਸ਼ਨ ਕਰੇ ਅਤੇ ਸਾਰੇ ਨਿੱਜੀ ਭਾਈਵਾਲਾਂ ਨੂੰ ਪ੍ਰੋਤਸਾਹਿਤ ਕਰੇ ਤਾਂ ਜੋ ਉਹ ਵਿਕਾਸ ਪ੍ਰਕਿਰਿਆ ਵਿੱਚ ਸ਼ਾਮਿਲ ਹੋ ਸਕਣ। ਸਰਕਾਰੀ ਅਤੇ ਪੇਸ਼ੇਵਰ ਸੰਸਥਾਵਾਂ ਵਿਚਕਾਰ ਜਿਹੜਾ ਹੈ ਪ੍ਰਭਾਵਸ਼ਾਲੀ ਇਕਜੁੱਟਤਾ ਦਾ ਰੂਪ ਜਿਹੜਾ ਹੈ ਉਹ ਬੜਾ ਮਹੱਤਵਪੂਰਨ ਲਾਭ ਦੇ ਸਕਦਾ ਹੈ। ਉਸ ਲਈ ਜਿਹੜੀਆਂ ਕੁਝ ਗੱਲਾਂ ਜਿਹੜੀਆਂ ਨੇ ਉਹ ਆਪਾਂ ਡਿਸਕਸ ਕਰਦੇ ਹਾਂ, ਜਿਵੇਂ ਕਿ ਟੂਰ ਸੰਚਾਲਕਾਂ ਅਤੇ ਯਾਤਰਾ ਏਜੰਸੀਆਂ ਵਿਚਕਾਰ ਮੁੱਖ ਅੰਤਰ ਉਹਨਾਂ ਦੇ ਗਾਹਕਾਂ ਨੂੰ ਸੇਵਾ ਉਪਲਬਧ ਕਰਾਉਂਦੇ ਹਨ।
ਨੈਕਸਟ ਹੈ ਇਕਸਾਰਤਾ ਭਰਪੂਰ ਸਾਂਝੇ ਕੀਤੇ ਉਦੇਸ਼ ਅਤੇ ਦ੍ਰਿਸ਼ਟੀ ਜੋ ਕਿ ਸਫਲ ਭੁਗਤਾਨ ਦੀ ਸੰਭਾਵਨਾ ਨੂੰ ਵਧਾਉਂਦੇ ਹਨ। ਵਿਕਾਸ ਸੰਬੰਧੀ ਤਾਲਮੇਲ ਅਤੇ ਬਜਟਾਂ ਅਤੇ ਗਤੀਵਿਧੀਆਂ ਦੀ ਮਾਰਕੀਟਿੰਗ ਹੋਵੇ। ਸੁਧਰਿਆ ਹੋਇਆ ਆਪਸੀ ਤਾਲਮੇਲ ਅਤੇ ਸਮਝ ਅਤੇ ਸਥਾਨਕ ਅਧਿਕਾਰੀਆਂ ਅਤੇ ਉਦਯੋਗ ਵਿਚਕਾਰ ਆਪਸੀ ਸਤਿਕਾਰ ਹੋਵੇ। ਸੰਸਾਧਨ ਸੰਬੰਧੀ ਸੁਧਰੀ ਹੋਈ ਪ੍ਰਵੀਨਤਾ ਹੋਵੇ। ਨਕਲ ਰਹਿਤ ਗਤੀਵਿਧੀਆਂ ਹੋਣ। ਤਾਲਮੇਲ ਭਰਪੂਰ ਖੋਜ ਅਤੇ ਵਿਕਾਸ ਗਤੀਵਿਧੀਆਂ ਹੋਣ। ਉਦਯੋਗ ਲਈ ਇੱਕ ਸਮੂਹਿਕ ਆਵਾਜ਼ ਜੋ ਕਿ ਸ਼ਕਤੀ ਅਤੇ ਪ੍ਰਭਾਵ ਨੂੰ ਵਧਾਉਂਦੀ ਹੈ। ਉਦਯੋਗ ਅਤੇ ਭਾਈਚਾਰੇ ਲਈ ਸਾਂਝ ਤਾਂ ਜੋ ਲੰਬੇ ਸਮੇਂ ਤੱਕ ਜਿਹੜਾ ਹੈ ਕਾਇਮ ਰਹਿਣ ਵਾਲੇ ਸੈਰ ਸਪਾਟੇ ਦੇ ਉਦੇਸ਼ਾਂ ਦੀ ਪੂਰਤੀ ਹੋ ਸਕੇ। ਤਾਲਮੇਲ ਭਰਪੂਰ ਮਿਥੀ ਹੋਈ ਅਤੇ ਪ੍ਰਭਾਵੀ ਦਰ ਵਾਲੀ ਮਾਰਕੀਟਿੰਗ ਜਾਂ ਉਸ ਨੂੰ ਵਧਾਉਣ ਵਾਲੇ, ਇਹ ਸਾਰੇ ਜਿਹੜੇ ਨੇ ਇਕਜੁੱਟਤਾ ਦੇ ਵਿੱਚ ਕੰਮ ਕਰਨ ਲਈ ਜ਼ਰੂਰੀ ਨੇ। ਸਰਕਾਰੀ ਤੇ ਪੇਸ਼ੇਵਰ ਸੰਸਥਾਵਾਂ ਦੇ ਵਿਚਕਾਰ ਇਕਜੁੱਟਤਾ ਲਈ ਸਾਰੇ ਮਹੱਤਵਪੂਰਨ ਪੁਆਇੰਟ ਜਿਹੜੇ ਨੇ ਇਹ ਹੋਣੇ ਚਾਹੀਦੇ ਨੇ। ਨੈਕਸਟ ਆਪਾਂ ਟੌਪਿਕ ਪੜਾਂਗੇ ਯਾਤਰਾ ਏਜੰਸੀ ਅਤੇ ਟੂਰ ਸੰਚਾਲਕਾਂ ਨੂੰ ਸਥਾਪਿਤ ਕਰਨ ਦੇ ਨਿਯਮ, ਯਾਨੀ ਕਿ ਰੂਲਸ ਫਾਰ ਸੈਟਿੰਗ ਅਪ ਟਰੈਵਲ ਏਜੰਸੀਜ਼ ਐਂਡ ਟੂਰ ਆਪਰੇਟਰਸ। ਤਕਨੀਕੀ ਅਤੇ ਅਮਲੀ ਤੌਰ ਤੇ ਇੱਕ ਯਾਤਰਾ ਟੂਰ ਕੰਪਨੀ ਨਾ ਕੇਵਲ 에ਅਰਲਾਈਨਾਂ ਵੱਲੋਂ ਹੀ ਪ੍ਰਵਾਨਿਤ ਅਤੇ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ, ਬਲਕਿ ਰੇਲਵੇ, ਹੋਟਲਾਂ, ਸੈਰ ਸਪਾਟਾ ਵਿਭਾਗ, ਭਾਰਤ ਸਰਕਾਰ ਵੱਲੋਂ IATA, IAAI, TAAI, IATO ਅਤੇ ਹੋਰ ਯਾਤਰਾ ਵਪਾਰ ਸੰਗਠਨਾਂ ਵੱਲੋਂ ਵੀ ਜਿਹੜਾ ਹੋਣੀ ਚਾਹੀਦੀ ਹੈ। ਇਸ ਸੰਦਰਭ ਦੇ ਵਿੱਚ ਸਭ ਤੋਂ ਵਧੇਰੇ ਮਹੱਤਵਪੂਰਨ ਪ੍ਰਵਾਨਗੀ ਅਤੇ ਮਾਨਤਾ ਜਿਹੜੀ ਹੈ ਉਹ ਸੈਰ ਸਪਾਟਾ ਵਿਭਾਗ ਅਤੇ ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਗਠਨ IAEA ਵੱਲੋਂ ਹੈ। ਕੁਝ ਸਮਾਂ ਪਹਿਲਾਂ ਸੈਰ ਸਪਾਟਾ ਵਿਭਾਗ ਨੇ ਭਾਰਤ ਵਿੱਚ ਸੈਰ ਸਪਾਟੇ ਦੇ ਵਾਧੇ ਅਤੇ ਵਿਕਾਸ ਲਈ ਯਾਤਰਾ ਏਜੰਸੀਆਂ ਅਤੇ ਟੂਰ ਸੰਚਾਲਕਾਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਨੂੰ ਜਿਹੜਾ ਅਨੁਭਵ ਕੀਤਾ। ਇਸ ਸੰਦਰਭ ਵਿੱਚ ਸਰਕਾਰ ਨੇ ਯਾਤਰਾ ਵਪਾਰ ਦੇ ਫਾਇਦੇ ਲਈ ਅਤੇ ਸੈਰ ਸਪਾਟਾ ਉਦਯੋਗ ਦੇ ਸਮੁੱਚੇ ਵਾਧੇ ਤੇ ਵਿਕਾਸ ਲਈ ਦਿਸ਼ਾ ਨਿਰਦੇਸ਼ ਅਤੇ ਨਿਯਮ ਜਿਹੜੇ ਨੇ ਤਿਆਰ ਕੀਤੇ। ਇਹ ਨਿਯਮ ਅਤੇ ਦਿਸ਼ਾ ਨਿਰਦੇਸ਼ ਯਾਤਰਾ ਵਪਾਰ ਦੇ ਵੱਡੇ ਪੈਮਾਨੇ ਤੇ ਉਦਯੋਗ ਦੀ ਆਚਾਰ ਨੀਤੀ ਤੋਂ ਲਏ ਗਏ ਹਨ। ਇਹ ਨਿਯਮ ਮਿਆਰ ਯਾਤਰਾ ਦੇ ਕੰਮਾਂ ਸੰਬੰਧੀ ਗਤੀਵਿਧੀਆਂ ਉੱਪਰ ਜਿਹੜਾ ਪ੍ਰਭਾਵੀ ਅਤੇ ਵਿਸਤ੍ਰਿਤ ਨਿਯੰਤਰਣ ਹਿੱਤ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਉਹਨਾਂ ਨੂੰ ਸਮੇਂ-ਸਮੇਂ ਤੇ ਵਿੱਤੀ ਅਤੇ ਗੈਰ ਵਿੱਤੀ ਪ੍ਰੋਤਸਾਹਨ ਜਿਹੜੇ ਉਹ ਦਿੱਤੇ ਜਾ ਸਕਣ। ਠੀਕ ਹੈ ਜੀ। ਨੈਕਸਟ ਹੈ ਆਪਣਾ ਸੈਰ ਸਪਾਟਾ ਵਿਭਾਗ, ਡਿਪਾਰਟਮੈਂਟ ਆਫ ਟੂਰਿਜ਼ਮ, ਵੱਖ-ਵੱਖ ਯੋਜਨਾਵਾਂ ਅਤੇ ਨੀਤੀਆਂ। ਜਿਹੜਾ ਸੈਰ ਸਪਾਟਾ ਵਿਭਾਗ ਹੈ ਆਪਣਾ ਡਿਪਾਰਟਮੈਂਟ ਆਫ ਟੂਰਿਜ਼ਮ ਹੈ ਜਾਂ ਗਵਰਨਮੈਂਟ ਵੱਲੋਂ ਜਿਹੜੀਆਂ ਵੱਖ-ਵੱਖ ਇਸ ਡਿਪਾਰਟਮੈਂਟ ਲਈ ਯੋਜਨਾਵਾਂ ਅਤੇ ਨੀਤੀਆਂ ਜਿਹੜੀਆਂ ਉਹ ਤਿਆਰ ਕੀਤੀਆਂ ਜਾਂਦੀਆਂ ਹਨ। ਮਾਨਤਾ ਦੇ ਟੀਚੇ ਅਤੇ ਉਦੇਸ਼ ਹਨ। ਗੁਣਵੱਤਾ ਦੇ ਮਿਆਰ ਅਤੇ ਸੇਵਾ ਨੂੰ ਪ੍ਰੋਤਸਾਹਿਤ ਕਰਨਾ ਤਾਂ ਜੋ ਭਾਰਤ ਵਿੱਚ ਸੈਰ ਸਪਾਟਾ ਵਧੇ। ਇਹ ਇੱਕ ਅਜਿਹੀ ਅਤੇ ਸਵੈ ਇੱਛਾ ਵਾਲੀ ਸਕੀਮ ਹੈ ਜੋ ਕਿ ਸਾਰੀਆਂ ਸੁਹਿਰਦ ਯਾਤਰਾ ਏਜੰਸੀਆਂ ਅਤੇ ਟੂਰ ਸੰਚਾਲਨ ਦੇ ਕੰਮਾਂ ਲਈ ਖੁੱਲੀ ਹੈ ਤਾਂ ਜੋ ਉਹਨਾਂ ਨੂੰ ਇੱਕ ਸੰਗਠਿਤ ਸੈਕਟਰ ਜਾਂ ਖੇਤਰ ਵਿੱਚ ਲਿਆਂਦਾ ਜਾ ਸਕੇ। ਹਾਲਾਂਕਿ ਅਜਿਹੇ ਮਾਮਲਿਆਂ ਵਿੱਚ DOT ਦਾ ਫੈਸਲਾ ਜਿਹੜਾ ਅੰਤਿਮ ਹੁੰਦਾ ਹੈ। ਕਈ ਵਾਰ ਭਾਰਤ ਸਰਕਾਰ ਸੈਰ ਸਪਾਟਾ ਵਿਭਾਗ ਆਪਣੀ ਇੱਛਾ ਅਨੁਸਾਰ ਜਿਹੜਾ ਹੈ ਕਿਸੇ ਵੀ ਯਾਤਰਾ ਏਜੰਸੀ ਟੂਰ ਕੰਪਨੀ ਨੂੰ ਮਾਨਤਾ ਦੇਣ ਤੋਂ ਜਿਹੜਾ ਹੈ ਇਨਕਾਰ ਕਰ ਦਿੰਦੇ ਹਨ ਜਾਂ ਪਹਿਲਾਂ ਦਿੱਤੀ ਪ੍ਰਵਾਨਗੀ ਜਿਹੜੀ ਹੈ ਉਹ ਵਾਪਸ ਲੈ ਲੈਂਦੇ ਹਨ। ਯਾਤਰਾ ਕੰਪਨੀਆਂ ਜਿਨ੍ਹਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ ਅਜਿਹੇ ਪ੍ਰੋਤਸਾਹਨਾਂ ਅਤੇ ਰਿਆਇਤਾਂ ਦੇ ਹੱਕਦਾਰ ਹੁੰਦੇ ਹਨ ਜੋ ਕਿ ਸਮੇਂ-ਸਮੇਂ ਉੱਤੇ ਸਰਕਾਰ ਦੁਆਰਾ ਦਿੱਤੀਆਂ ਜਾ ਸਕਦੀਆਂ ਹਨ। ਇਹ ਮਾਨਤਾ ਜਿਹੜੀ ਨੇ ਉਹ ਪੂਰੇ ਭਾਰਤ ਲਈ ਜਾਂ ਕਿਸੇ ਖਾਸ ਖੇਤਰ ਲਈ ਸੀਮਿਤ ਹੋ ਸਕਦੀ ਹੈ। ਇੱਕ ਪ੍ਰਵਾਨਿਤ ਯਾਤਰਾ ਏਜੰਟ ਦੇ ਰੂਪ ਵਿੱਚ ਇਹ ਮਾਨਤਾ ਸੈਰ ਸਪਾਟਾ ਮੰਤਰਾਲਾ ਭਾਰਤ ਸਰਕਾਰ ਨਵੀਂ ਦਿੱਲੀ ਵੱਲੋਂ ਦਿੱਤੀ ਜਾਵੇਗੀ ਜੋ ਕਿ ਸ਼ੁਰੂਆਤੀ ਤੌਰ ਤੇ 5 ਸਾਲਾਂ ਲਈ ਹੋਵੇਗੀ ਅਤੇ ਇੱਕ ਕਮੇਟੀ ਦੀ ਨਿਰੀਖਣ ਰਿਪੋਰਟ ਕਮੇਟੀ ਮੈਂਬਰਾਂ, ਖੇਤਰੀ ਨਿਰਦੇਸ਼ਕ ਅਤੇ ਟਾਈ ਦੇ ਇੱਕ ਮੈਂਬਰ ਦੀ ਸਿਫਾਰਿਸ਼ ਤੇ ਆਧਾਰਿਤ ਹੋਵੇਗੀ। ਸੋ ਯਾਤਰਾ ਏਜੰਸੀਆਂ ਦੀ ਪ੍ਰਵਾਨਗੀ ਲਈ ਜਿਹੜਾ ਹੈ ਕੁਝ ਨਿਯਮ ਜਿਹੜੇ ਨੇ ਉਹ ਸੁਝਾਏ ਗਏ ਨੇ। ਅਗਰ ਯਾਤਰਾ ਏਜੰਸੀ ਕੋਈ ਖੋਲ੍ਹਣਾ ਚਾਹੁੰਦਾ ਹੈ, ਚਲਾਉਣਾ ਚਾਹੁੰਦਾ ਤਾਂ ਉਹਦੇ ਲਈ ਜਿਹੜੇ ਨੇ ਕੁਝ ਮੁੱਖ ਨਿਯਮ ਬਣਾਏ ਗਏ ਨੇ। ਆਪਾਂ ਉਸ ਨਿਯਮਾਂ ਤੇ ਚਰਚਾ ਕਰਦੇ ਹਾਂ। ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਫਸਟ ਹੈਗਾ ਬਿਨੇ ਪੱਤਰ ਸੁਝਾਏ ਗਏ ਫਾਰਮ। ਜਿਹੜਾ ਬਿਨੇ ਪੱਤਰ ਆਪਾਂ ਐਪਲੀਕੇਸ਼ਨ ਦਿੰਦੇ ਹਾਂ, ਐਪਲੀਕੇਸ਼ਨ ਵਿੱਚ ਸੁਝਾਏ ਫਾਰਮ ਵਿੱਚ ਜਿਹੜਾ ਐਪਲੀਕੇਸ਼ਨ ਫਾਰਮ ਦਿੱਤਾ ਜਾਏਗਾ ਉਸੇ ਫਾਰਮ ਦੇ ਵਿੱਚ ਭਰਿਆ ਹੋਣਾ ਚਾਹੀਦਾ ਅਤੇ ਵਧੀਕ ਡਾਇਰੈਕਟਰ ਜਨਰਲ ਸੈਰ ਸਪਾਟਾ ਮੰਤਰਾਲਾ ਭਾਰਤ ਸਰਕਾਰ ਨਵੀਂ ਦਿੱਲੀ ਨੂੰ ਸੰਬੋਧਿਤ ਕੀਤਾ ਜਾਵੇਗਾ ਅਤੇ ਜਿਸ ਦੀ ਨਕਲ ਕਾਪੀ ਜਿਹੜੀ ਹੈ ਉਹ ਨਾਲ ਜਮ੍ਹਾਂ ਕਰਵਾਈ ਜਾਵੇਗੀ।
ਦੂਜਾ ਪੁਆਇੰਟ ਹੈ ਬਿਨੇ ਪੱਤਰ ਦੇਣ ਦੀ ਜਿਹੜੀ ਤਾਰੀਖ ਹੈ ਉਸ ਤੋਂ ਪਹਿਲਾਂ, ਜਦੋਂ ਆਪਾਂ ਅਪਲਾਈ ਕਰਦੇ ਹਾਂ ਉਸ ਤੋਂ ਪਹਿਲਾਂ ਯਾਤਰਾ ਏਜੰਸੀ ਜਿਹੜੀ ਹੈ ਉਹ ਘੱਟੋ ਘੱਟ 1 ਸਾਲ ਦੇ ਸਮੇਂ ਕਾਲ ਦੌਰਾਨ ਸੰਚਾਲਨ ਵਿੱਚ ਰਹੀ ਹੋਵੇ, ਯਾਨੀ ਕਿ ਅਪਲਾਈ ਕਰਨ ਤੋਂ ਪਹਿਲਾਂ 1 ਸਾਲ ਤੱਕ ਉਸਨੇ ਕੰਮ ਕੀਤਾ ਹੋਵੇ। ਥਰਡ ਪੁਆਇੰਟ ਹੈ ਦਫ਼ਤਰ ਲਈ ਘੱਟੋ ਘੱਟ ਜਿਹੜਾ ਆਫਿਸ ਖੋਲ੍ਹਣਾ ਉਸ ਲਈ ਘੱਟੋ ਘੱਟ 250 ਵਰਗ ਫੁੱਟ ਜਗ੍ਹਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਦਫ਼ਤਰ ਦਾ ਜਿਹੜਾ ਆਲਾ ਦੁਆਲਾ ਹੈ ਉਹ ਸਾਫ਼ ਸੁਥਰਾ ਹੋਵੇ ਅਤੇ ਉਸ ਵਿੱਚ ਟੈਲੀਫੋਨ ਦੀ ਵਿਵਸਥਾ, ਫੈਕਸ, ਕੰਪਿਊਟਰ ਅਤੇ ਰਾਖਵਾਂਕਰਨ ਤੰਤਰ ਦੀ ਜਿਹੜੀ ਸੁਵਿਧਾ ਹੈ ਉਪਲਬਧ ਹੋਣੀ ਚਾਹੀਦੀ ਹੈ। ਸਵਾਗਤ ਏਰੀਆ ਯਾਨੀ ਕਿ ਰਿਸੈਪਸ਼ਨ ਜਿਹੜੀ ਹੈ ਉਹ ਉਸ ਲਈ ਕਾਫੀ ਜਗ੍ਹਾ ਹੋਣੀ ਚਾਹੀਦੀ ਹੈ ਅਤੇ ਪਖਾਨੇ ਦੀ ਜਿਹੜੀ ਸੁਵਿਧਾਵਾਂ ਆਸਾਨੀ ਨਾਲ ਉਪਲਬਧ ਹੋਣੀਆਂ ਚਾਹੀਦੀਆਂ ਨੇ। ਚੌਥਾ ਪੁਆਇੰਟ ਆਪਣਾ ਹੈ ਟਰੈਵਲ ਏਜੰਸੀ ਕੋਲ ਘੱਟੋ ਘੱਟ 3 ਲੱਖ ਦੀ ਅਦਾ ਕੀਤੀ ਗਈ ਪੂੰਜੀ, ਯਾਨੀ ਕਿ ਜਿਹੜੀ ਆਪਾਂ ਨਿਵੇਸ਼ ਕੀਤੀ ਹੈ ਉਹ ਪੂੰਜੀ ਤੋਂ ਇਲਾਵਾ ਬਕਾਇਦਾ ਆਡਿਟ ਕੀਤਾ ਲੇਖਾ ਜੋਖਾ ਸੂਚੀ ਜਾਂ ਚਾਰਟਰਡ ਅਕਾਊਂਟ ਦਾ ਪ੍ਰਮਾਣ ਪੱਤਰ ਜਿਹੜਾ ਉਹ ਹੋਣਾ ਚਾਹੀਦਾ ਹੈ। ਨੈਕਸਟ ਹੈ ਕਿ ਯਾਤਰਾ ਏਜੰਸੀ ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਗਠਨ IATA ਵੱਲੋਂ ਪ੍ਰਵਾਨਿਤ ਹੋਣੀ ਚਾਹੀਦੀ ਹੈ ਜਾਂ ਕਿਸੇ IATA ਦੀ ਮੈਂਬਰ 에ਅਰਲਾਈਨ ਦੀ ਆਮ ਵਿਕਰੀ ਏਜੰਟ, ਯਾਤਰੀ ਵਿਕਰੀ ਏਜੰਟ ਹੋਣੀ ਚਾਹੀਦੀ ਹੈ। ਯਾਤਰਾ ਏਜੰਸੀ ਕਿਸੇ ਅਜਿਹੇ ਪੂਰੇ ਸਮੇਂ ਦੇ ਮੈਂਬਰ ਦੇ ਚਾਰਜ ਹੇਠ ਹੋਣੀ ਚਾਹੀਦੀ ਹੈ ਜੋ ਕਿ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਹੋਵੇ ਅਤੇ ਕੁਝ ਮਾਮਲਿਆਂ ਵਿੱਚ ਤਜਰਬੇਕਾਰ ਹੋਵੇ, ਜਿਵੇਂ ਕਿ ਟਿਕਟਾਂ ਸੰਬੰਧੀ ਹੋ ਗਿਆ, ਸੈਰ ਸਪਾਟਾ ਯੋਜਨਾਵਾਂ ਹੋ ਗਈਆਂ, ਆਵਾਜਾਈ ਹੋ ਗਈ, ਰਿਹਾਇਸ਼ੀ ਸੁਵਿਧਾਵਾਂ, ਮੁਦਰਾ ਜਾਂ ਕਰੰਸੀ, ਕਸਟਮ ਦੀਆਂ ਨਿਯਮਿਤਤਾਵਾਂ ਅਤੇ ਸੈਰ ਸਪਾਟੇ ਨਾਲ ਸੰਬੰਧਿਤ ਸੇਵਾਵਾਂ। ਇਸ ਤੋਂ ਇਲਾਵਾ ਕੁਝ ਗੱਲਾਂ ਉੱਪਰ ਵਧੇਰੇ ਜ਼ੋਰ ਦਿੱਤਾ ਜਾ ਸਕਦਾ ਹੈ, ਜਿਵੇਂ ਕਿ ਗੱਲਬਾਤ ਦੇ ਪ੍ਰਭਾਵਸ਼ਾਲੀ ਹੁਨਰ, ਅੰਗਰੇਜ਼ੀ ਤੋਂ ਇਲਾਵਾ ਹੋਰ ਵਿਦੇਸ਼ੀ ਭਾਸ਼ਾਵਾਂ ਦਾ ਗਿਆਨ। ਇਹ ਵੀ ਜਿਹੜੀਆਂ ਇੰਪੋਰਟੈਂਟ ਗੱਲਾਂ। ਨੈਕਸਟ ਆਪਣਾ ਪੁਆਇੰਟ ਹੈ ਯਾਤਰਾ ਏਜੰਸੀ ਆਮਦਨ ਕਰ ਦੇਣ ਵਾਲੀ ਹੈ ਤੇ ਚਾਲੂ ਨਿਰਧਾਰਿਤ ਸਾਲ ਲਈ ਆਮਦਨ ਕਰ ਦੀ ਰਿਟਰਨ ਫਾਈਲ ਕਰ ਦਿੱਤੀ ਹੈ। ਇਹ ਸਾਰੇ ਰੂਲ ਜਿਹੜੇ ਫੋਲੋ ਕਰਨੇ ਪੈਣਗੇ। ਨੈਕਸਟ ਪੁਆਇੰਟ ਆਪਣਾ ਯਾਤਰਾ ਏਜੰਸੀ ਨੂੰ ਕੇਵਲ ਅਜਿਹੇ ਸਥਾਨਿਕ ਮਾਰਗਦਰਸ਼ਕਾਂ ਦੀ ਨਿਯੁਕਤੀ ਕਰਨੀ ਚਾਹੀਦੀ ਹੈ ਜੋ ਕਿ ਸੈਰ ਸਪਾਟਾ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸਿਖਲਾਈ ਅਤੇ ਲਾਇਸੈਂਸ ਪ੍ਰਾਪਤ ਹੋਣ ਅਤੇ ਰਾਜ ਪੱਧਰੀ ਅਤੇ ਸਥਾਨਿਕ ਮਾਰਗਦਰਸ਼ਕਾਂ ਵੀ ਰਾਜ ਸਰਕਾਰ ਵੱਲੋਂ ਪ੍ਰਮਾਣਿਤ ਹੋਣ। ਨੈਕਸਟ ਪੁਆਇੰਟ ਆਪਣਾ ਘੱਟੋ ਘੱਟ 4 ਯੋਗਤਾ ਪ੍ਰਾਪਤ ਮੈਂਬਰਾਂ ਦਾ ਸਟਾਫ ਹੋਵੇ। 4 ਘੱਟੋ ਘੱਟ ਜਿਹੜੇ ਨੇ ਯੋਗਤਾ ਪ੍ਰਾਪਤ ਮੈਂਬਰ ਸਟਾਫ ਹੋਣਾ ਚਾਹੀਦਾ, ਜਿਨ੍ਹਾਂ ਵਿੱਚੋਂ ਘੱਟੋ ਘੱਟ 2 ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਵੱਲੋਂ ਯਾਤਰਾ ਤੇ ਸੈਰ ਸਪਾਟਾ ਦੇ ਵਿੱਚ ਡਿਪਲੋਮਾ ਜਾਂ ਡਿਗਰੀ ਹੋਵੇ, ਜਿਵੇਂ ਕਿ ਸੈਰ ਸਪਾਟਾ ਅਧਿਐਨ ਵਿਭਾਗ, ਪੌਂਡੀਚੇਰੀ ਯੂਨੀਵਰਸਿਟੀ, IITTM ਜਾਂ AICTE ਵੱਲੋਂ ਪ੍ਰਵਾਨਿਤ ਸੰਸਥਾਨ। ਏਅਰਲਾਈਨਾਂ, ਜਹਾਜ਼ਰਾਨੀ, ਆਵਾਜਾਈ ਅਤੇ PR ਏਜੰਸੀਆਂ ਜਿਹੜੀਆਂ ਨੇ ਹੋਟਲ ਜਾਂ ਹੋਰ ਕਾਰਪੋਰੇਸ਼ਨ ਸੰਸਥਾਵਾਂ ਦੇ ਖੇਤਰ ਦੇ ਵਿੱਚ ਵਿਲੱਖਣ ਤੌਰ ਤੇ ਵਿਅਕਤੀਆਂ ਦੇ ਕੇਸ ਵਿੱਚ ਵਿਦਿਅਕ ਯੋਗਤਾਵਾਂ ਜਿਹੜੀਆਂ ਨੇ ਉਹਨਾਂ ਸੰਬੰਧੀ ਕੁਝ ਢਿੱਲ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ, ਜਾਂ ਉਹਨਾਂ ਵਿਅਕਤੀਆਂ ਦੇ ਕੇਸ ਵਿੱਚ ਜੋ ਕਿ IATA ਜਾਂ ਫਿਰ UFTA ਦੇ ਏਜੰਸੀਆਂ ਲਈ 3 ਸਾਲ ਤੱਕ ਕੰਮ ਕਰ ਚੁੱਕੇ ਹੋਣ, ਉਹਨਾਂ ਵਿੱਚ ਕੁਝ ਛੂਟ ਜਿਹੜੀ ਹੈ ਦਿੱਤੀ ਜਾ ਸਕਦੀ ਹੈ। ਵਿਦਿਅਕ ਯੋਗਤਾਵਾਂ ਸੰਬੰਧੀ ਢਿੱਲ ਜਿਹੜੀ ਹੈ ਅਜਿਹੇ ਕੇਸਾਂ ਵਿੱਚ ਵੀ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਵਿੱਚ ਯਾਤਰਾ ਏਜੰਸੀ ਕੰਪਨੀਆਂ ਉੱਤਰ ਪੂਰਬ, ਧਾਰਮਿਕ, ਦੂਰ ਦੁਰਾਡੇ ਅਤੇ ਪੇਂਡੂ ਖੇਤਰਾਂ ਵਿੱਚ ਸਥਿਤ ਹੋਣ। ਘੱਟੋ ਘੱਟ 2 ਯੋਗਤਾ ਪ੍ਰਾਪਤ ਮੈਂਬਰਾਂ ਦਾ ਸਟਾਫ ਜਿਹੜਾ ਉਹ ਜ਼ਰੂਰੀ ਹੋਣਾ ਚਾਹੀਦਾ ਹੈ। ਨੈਕਸਟ ਆਪਣਾ ਸੈਲਾਨੀਆਂ ਦੇ ਨਾਲ ਸੰਬੰਧਿਤ ਸੇਵਾਵਾਂ ਜਿਹੜੀਆਂ ਨੇ ਉਹਨਾਂ ਵਿੱਚੋਂ ਕੋਈ ਵੀ ਸੇਵਾ ਬਾਹਰੋਂ ਪ੍ਰਾਪਤ ਕਰਨ ਲਈ ਯਾਤਰਾ ਏਜੰਸੀਆਂ ਖਾਸ ਗਤੀਵਿਧੀ ਦੇ ਖੇਤਰ ਵਿੱਚ ਪ੍ਰਵਾਨਿਤ ਅਤੇ ਵਿਸ਼ਿਸ਼ਟ ਏਜੰਸੀਆਂ ਦੀ ਵਰਤੋਂ ਕਰਨਗੀਆਂ। ਨੈਕਸਟ ਮੁੱਖ ਦਫ਼ਤਰ ਅਤੇ ਹਰੇਕ ਸ਼ਾਖਾ ਦਫ਼ਤਰ ਦੀ ਮਾਨਤਾ ਅਤੇ ਨਵਿਆਉਣ ਪ੍ਰਕਿਰਿਆਵਾਂ ਲਈ ਅਪਲਾਈ ਕਰਨ ਵੇਲੇ ਯਾਤਰਾ ਏਜੰਸੀ ਨੂੰ 3000 ਰੁਪਏ ਦੀ ਜਿਹੜੀ ਨਾ ਮੋੜਨਯੋਗ ਫੀਸ ਦੇਣੀ ਹੋਵੇਗੀ। ਫੀਸ ਬੈਂਕ ਡਰਾਫਟ ਦੇ ਰੂਪ ਵਿੱਚ ਸੈਰ ਸਪਾਟਾ ਮੰਤਰਾਲਾ ਦੇ ਅਦਾਇਗੀ ਅਤੇ ਲੇਖਾ ਜੋਖਾ ਅਫਸਰ ਨੂੰ ਅਦਾ ਕਰਨਯੋਗ ਹੋਵੇਗੀ। ਮਾਨਤਾ ਯਾਤਰਾ ਏਜੰਸੀ ਜਿਹੜੀ ਹੈ ਉਸ ਦੇ ਮੁੱਖ ਦਫ਼ਤਰ ਨੂੰ ਹੀ ਦਿੱਤੀ ਜਾਵੇਗੀ। ਸ਼ਾਖਾ ਦਫ਼ਤਰ ਜਿਹੜਾ ਹੈ ਮੁੱਖ ਦਫ਼ਤਰ ਦੇ ਨਾਲ ਹੀ ਜਾਂ ਬਾਅਦ ਵਿੱਚ ਪ੍ਰਮਾਣਿਤ ਹੋਣਗੇ, ਬਸ਼ਰਤੇ ਕਿ ਸ਼ਾਖਾ ਦਫ਼ਤਰਾਂ ਦੇ ਵੇਰਵੇ ਜਿਹੜੇ ਨੇ ਸੈਰ ਸਪਾਟਾ ਮੰਤਰਾਲੇ ਵਿੱਚ ਜਮ੍ਹਾਂ ਕਰਵਾਏ ਜਾਣ ਅਤੇ ਇਸ ਵੱਲੋਂ ਸਵੀਕਾਰ ਲਏ ਗਏ ਹੋਣ। ਮਾਨਤਾ ਦਿੱਤੇ ਜਾਣ ਦੇ ਯਾਤਰਾ ਏਜੰਸੀ ਅਜਿਹੇ ਪ੍ਰਸਥਾਨ ਅਤੇ ਰਿਆਇਤਾਂ ਨੂੰ ਪ੍ਰਾਪਤ ਕਰਨ ਦੇ ਯੋਗ ਹੋਵੇਗੀ ਜੋ ਕਿ ਸਰਕਾਰ ਦੁਆਰਾ ਸਮੇਂ-ਸਮੇਂ ਤੇ ਜਿਹੜਾ ਹੈ ਦਿੱਤੇ ਗਏ ਹੋਣ ਅਤੇ ਯਾਤਰਾ ਏਜੰਸੀਆਂ ਸਮੇਂ-ਸਮੇਂ ਉੱਪਰ ਸੁਝਾਏ ਗਏ ਨਿਯਮ ਅਤੇ ਸ਼ਰਤਾਂ ਦਾ ਪਾਲਣ ਕਰੇਗੀ।
ਯਾਤਰਾ ਏਜੰਸੀ ਟੂਰ ਸੰਚਾਲਕ ਲਈ IATA ਦੀ ਪ੍ਰਵਾਨਗੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਸੋ ਅੱਜ ਦੇ ਆਪਾਂ ਇਸ ਚੈਪਟਰ ਦੇ ਵਿੱਚ ਜਿਹੜਾ ਹੈ ਇਹੀ ਪੁਆਇੰਟ ਜਿਹੜੇ ਡਿਸਕਸ ਕੀਤੇ ਨੇ। ਇਸ ਤੋਂ ਬਾਅਦ ਆਪਾਂ ਅਗਲੀ ਵੀਡੀਓ ਦੇ ਵਿੱਚ ਜਿਹੜਾ ਹੈ ਨੈਕਸਟ ਟੌਪਿਕ ਦੇ ਨਾਲ ਮਿਲਾਂਗੇ। ਨੈਕਸਟ ਟੌਪਿਕ ਦੇ ਬਾਰੇ ਗੱਲ ਕਰਾਂਗੇ ਜਿਹੜੇ ਹੋਣਗੇ ਪੇਸ਼ੇਵਰ ਸੰਸਥਾਵਾਂ ਤੇ ਉਹਨਾਂ ਦੀਆਂ ਜਿਹੜੀਆਂ ਅੱਗੇ ਗਤੀਵਿਧੀਆਂ ਕੀ ਨੇ। ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕਸ।